ਇਹ ਜਦੋਂ ਰੌਲਾ ਪਿਆ ਕਰੋਨਾ ਦਾ ਤਾਂ ਉਹਨਾਂ ਨੇ ਹੀ ਵਾਪਸ ਜਾਣਾ ਸੀ ਆਪਣੇ ਦੇਸ਼, ਪਰ ਨਾ ਫਲਾਈਟਾਂ ਮਿਲਣ। ਉਹਨਾਂ ਨੇ ਕਈ ਥਾਵਾਂ ਤੇ ਕੋਸ਼ਿਸ਼ ਕੀਤੀ, ਆਪਣੀ ਐਮਬੈਸੀ 'ਚ ਵੀ ਕਾਲ ਕੀਤੀ, ਉੱਥੇ ਵੀ ਰਜਿਸਟਰ ਕੀਤਾ, ਫਿਰ ਇਹਨਾਂ ਨੇ ਐਮਪੀਆਂ ਨੂੰ ਵੀ ਕਾਲ ਕੀਤਾ ਤਾਂ ਉਹਨਾਂ ਦੀ ਕੋਈ ਗੱਲ ਵੀ ਬਣੀ ਨਹੀਂ। ਫਿਰ ਕੈਨੇਡੀਅਨ ਹਾਈ ਕਮਿਸ਼ਨ ਨੂੰ ਲਿਖਿਆ, ਕੁਝ ਦਿਨਾਂ ਬਾਅਦ ਕੈਨੇਡੀਅਨ ਹਾਈ ਕਮਿਸ਼ਨ ਦਾ ਵੀ ਜਵਾਬ ਆਇਆ, ਕਹਿੰਦੇ ਜੀ ਅਸੀਂ ਕਰਾ ਦਾਂਗੇ, ਸਾਨੂੰ ਇਹ ਇਨਫੋਰਮੇਸ਼ਨ ਇਕੱਠੀ ਕਰਕੇ ਦੇ ਦਿਓ ਤੁਸੀਂ, ਦਿੱਲੀ ਤੋਂ ਨਾ ਫਲਾਈਟ ਹੋਣ, ਅੰਮ੍ਰਿਤਸਰ ਤੋਂ ਹੋਣ, ਕਿ ਵੀ ਸਾਡੇ ਇੱਥੇ ਬੰਦੇ ਫਸੇ ਹੋਏ ਚਾਰਟਰ ਪਲੇਨ ਰਾਹੀਂ ਆਪਣੇ ਦੇਸ਼ ਵਾਪਸ ਜਾਣਾ ਚਾਹੁੰਦੇ ਆ, ਕਿ ਇਹਨਾਂ ਨੂੰ ਪਰਮਿਸ਼ਨ ਦਿੱਤੀ ਜਾਵੇ ਉਤਰਨ ਦੀ। ਤਾਂ ਜਦ ਇਹ ਚੱਲ ਰਿਹਾ ਸੀ, ਉੱਥੇ ਦੇ ਕੁਝ ਜਿਹੜੇ ਪੜ੍ਹੇ ਲਿਖੇ ਐਮਪੀ ਸਾਹਿਬਾਨ, ਮੈਂ ਤਾਂ ਕਹਿੰਦਾ ਪੜ੍ਹੇ ਲਿਖੇ ਇੰਟੈਲੀਜੈਂਟ ਐਮਪੀ ਸਾਹਿਬਾਨ, ਉਹਨਾਂ ਨੂੰ ਦਿੱਕਤ ਹੋ ਗਈ। ਉਹਨਾਂ ਨੂੰ ਹੋ ਗਿਆ ਭਾਈ ਇਹ ਤਾਂ ਅਗਰ ਫਲਾਈਟਾਂ ਇੱਥੇ ਉਤਰ ਗਈਆਂ ਇਹ ਤਾਂ ਬੜੀ ਦਿੱਕਤ ਹੋ ਜਾਏਗੀ, ਅਸੀਂ ਤਾਂ ਕੁਝ ਕੀਤਾ ਨਹੀਂ। ਸਤਿ ਸ਼੍ਰੀ ਅਕਾਲ ਜੀ, ਮੈਂ ਭੁਪਿੰਦਰ ਕਪਾਲ ਡੇਲੀ ਪੋਸਟ ਪੰਜਾਬੀ ਵਿੱਚ ਤੁਹਾਡਾ ਸਵਾਗਤ ਕਰਦਾ ਜੀ। ਅੱਜ ਦਾ ਜੋ ਵਿਸ਼ਾ ਹੈ ਉਹ ਥੋੜੇ ਦਿਨ ਪਹਿਲਾਂ ਅਸੀਂ ਕੈਨੇਡੀਅਨ ਐਮਪੀ ਮੈਡਮ ਰੂਬੀ ਸੋਹਤਾ ਜੀ ਨਾਲ ਵੀ ਉਸ ਵਿਸ਼ੇ ਤੇ ਗੱਲ ਕੀਤੀ ਸੀ ਵੀ ਜਿਹੜੇ NRIs ਇੱਥੇ ਕਰੋਨਾ ਮਹਾਮਾਰੀ ਕਰਕੇ ਸਟਕ ਹੋ ਗਏ ਨੇ, ਫਸ ਗਏ ਨੇ, ਚਾਹੇ ਉਹ ਬਜ਼ੁਰਗ ਲਾ ਲਓ, ਚਾਹੇ ਬੱਚੇ ਲਾ ਲਓ, ਚਾਹੇ ਫੈਮਿਲੀ ਲਾ ਲਓ, ਉਹਨਾਂ ਦੇ ਲਈ ਇੱਕ ਉਪਰਾਲਾ ਕੀਤਾ ਜਾ ਰਿਹਾ ਸੀ। ਕੁਝ NGO ਆਪਸ ਵਿੱਚ ਮਿਲ ਕੇ, ਚਾਹੇ ਉਹ ਇੰਡੋ ਪਾਕ ਦੋਨਾਂ ਨੂੰ ਆਪਾਂ ਮਿਲਾ ਲਈਏ ਜਾਂ ਕੈਨੇਡੀਅਨ ਮਿਲਾ ਲਈਏ, ਸਾਰੇ ਇੱਕ ਉਪਰਾਲਾ ਕਰ ਰਹੇ ਸੀ ਵੀ ਜਿਹਦੇ ਨਾਲ ਜਿਹੜੀ ਟਿਕਟ ਪ੍ਰਾਈਸ ਸੀ ਉਹ ਬਹੁਤ ਜ਼ਿਆਦਾ ਸੀ, ਉਹਨੂੰ ਵੀ ਥੋੜ੍ਹਾ ਘੱਟ ਕੀਤਾ ਜਾਵੇ ਔਰ ਜ਼ਿਆਦਾ ਤੋਂ ਜ਼ਿਆਦਾ ਫਲਾਈਟਾਂ ਕੀਤੀਆਂ ਜਾਣ ਔਰ ਦਿੱਲੀ ਦੀ ਬਜਾਏ ਅੰਮ੍ਰਿਤਸਰੋਂ ਫਲਾਈਟ ਚਲਾਈ ਜਾਏ। ਔਰ ਇਹ ਕਿਸੇ ਹੱਦ ਤੱਕ ਪੂਰਾ ਵੀ ਨੇਪਰੇ ਵੀ ਚੜ੍ਹਦਾ ਦਿਖ ਰਿਹਾ ਸੀਗਾ ਜੀ, ਪਰ ਅੱਜ ਸਾਨੂੰ ਇਹ ਜਾਣਕਾਰੀ ਮਿਲੀ ਵੀ ਇਹਦਾ ਇੱਕ ਮਤਲਬ ਇਹਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਸੋ ਇਹਦੇ ਬਾਰੇ ਅਸੀਂ ਜਾਣਨ ਲਈ ਅੱਜ ਨਿਊਟਨ ਸਿੱਧੂ ਸਾਹਿਬ ਨਾਲ ਗੱਲ ਕਰਨ ਜਾ ਰਹੇ ਹਾਂ, ਕਿਉਂਕਿ ਇਹੀ ਇਸ ਚੀਜ਼ ਦੇ ਮੋਢੀ ਹੈ। ਇਹਨਾਂ ਨੇ ਅੱਗੇ ਲੱਗ ਕੇ ਹੀ ਇਹ ਸਾਰਾ ਉਪਰਾਲਾ ਕੀਤਾ ਸੀ। ਸੋ ਸਿੱਧੂ ਸਾਹਿਬ, ਡੇਲੀ ਪੋਸਟ ਪੰਜਾਬੀ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਿੱਧੂ ਸਾਹਿਬ, ਸਭ ਤੋਂ ਪਹਿਲਾਂ ਇਹ ਦੱਸੋ ਜੀ, ਇਹ ਕਿੱਦਾਂ ਸ਼ੁਰੂ ਹੋਇਆ ਔਰ ਮਤਲਬ ਕਿੱਥੋਂ ਚੱਲ ਕੇ ਕਿੱਥੇ ਰੁਕਿਆ ਜੀ? ਇਹਦੇ ਬਾਰੇ ਥੋੜੀ ਜਾਣਕਾਰੀ ਦਿਓ ਜੀ ਸਟਾਰਟਿੰਗ 'ਚ। ਇਹ ਮੇਰਾ ਆਪਣਾ ਇੱਥੇ ਕੰਮ ਹੈਗਾ ਡੇਰਾਬੱਸੀ ਦੇ ਵਿੱਚ, ਜਿੱਥੇ ਅਸੀਂ ਡੌਗਸ ਟ੍ਰੇਨ ਕਰਦੇ ਹਾਂ ਪੁਲਿਸ ਲਈ ਤੇ ਪੈਰਾਮਿਲਟਰੀ ਫੋਰਸਿਸ ਵਾਸਤੇ ਅਸੀਂ ਕਰਦੇ ਹਾਂ। ਤੇ ਉੱਥੇ ਮੇਰੇ ਕੋਲ ਇੱਕ ਕੈਨੇਡੀਅਨ ਨੈਸ਼ਨਲ ਹੈ ਜਿਹੜਾ ਵਰਕ ਪਰਮਿਟ ਤੇ ਕੰਮ ਕਰ ਰਿਹਾ। ਜਿਵੇਂ ਆਪਣੇ ਪੰਜਾਬੀ ਇੱਥੋਂ ਕੈਨੇਡਾ ਜਾਂਦੇ ਆ ਵਰਕ ਪਰਮਿਟ ਤੇ, ਇਸੇ ਤਰੀਕੇ ਨਾਲ ਕੈਨੇਡੀਅਨ ਨੈਸ਼ਨਲ ਮੇਰੇ ਕੋਲ ਸਿਟੀਜ਼ਨ ਮੇਰੇ ਕੋਲ ਇੱਥੇ ਵਰਕ ਪਰਮਿਟ ਤੇ ਕੰਮ ਕਰ ਰਹੇ ਹਨ ਜੀ। ਤੇ ਇਹ ਜਦੋਂ ਰੌਲਾ ਪਿਆ ਕਰੋਨਾ ਦਾ ਤਾਂ ਉਹਨਾਂ ਨੇ ਹੀ ਵਾਪਸ ਜਾਣਾ ਸੀ ਆਪਣੇ ਦੇਸ਼, ਪਰ ਨਾ ਫਲਾਈਟਾਂ ਮਿਲਣ। ਉਹਨਾਂ ਨੇ ਕਈ ਥਾਵਾਂ ਤੇ ਕੋਸ਼ਿਸ਼ ਕੀਤੀ, ਆਪਣੀ ਐਮਬੈਸੀ 'ਚ ਵੀ ਕਾਲ ਕੀਤੀ, ਉੱਥੇ ਵੀ ਰਜਿਸਟਰ ਕੀਤਾ, ਫਿਰ ਇਹਨਾਂ ਨੇ ਐਮਪੀਆਂ ਨੂੰ ਵੀ ਕਾਲ ਕੀਤਾ ਤਾਂ ਉਹਨਾਂ ਦੀ ਕੋਈ ਗੱਲ ਵੀ ਬਣੀ ਨਹੀਂ। ਤੇ ਉਹਨਾਂ ਦੇ ਨਾਲ ਹੋਰ ਵੀ ਕਈ ਬੰਦੇ ਇੱਥੇ ਜਿਹੜੇ ਕੈਨੇਡੀਅਨ ਫਸੇ ਸੀ, ਗੱਲਬਾਤ ਹੋਣੀ ਸ਼ੁਰੂ ਹੋ ਗਈ ਤੇ ਅਲਟੀਮੇਟਲੀ ਉਹਨਾਂ ਦੀ ਵਾਈਫ ਜਿਹੜੀ ਕੈਨੇਡਾ ਦੇ ਵਿੱਚ ਸੀ, ਉਹਨਾਂ ਨੇ ਵੀ ਗੱਲ ਕੀਤੀ ਕਿ ਵੀ ਇਸ ਤਰ੍ਹਾਂ ਬੜੀ ਔਖੇ ਹੋ ਰਹੇ, ਸਾਨੂੰ ਵੀ ਕਈ ਲੋਕਾਂ ਦੇ ਫੋਨ ਆਉਂਦੇ ਆ ਜੀ, ਕੋਈ ਮਦਦ ਕਰੋ, ਤੁਸੀਂ ਅਗਰ ਕਰ ਸਕਦੇ ਹੋ। ਮੈਂ ਕਿਹਾ ਜੀ ਕੋਈ ਗੱਲ ਨਹੀਂ। ਮੈਂ ਕਿਹਾ ਤੁਸੀਂ ਪਲੇਨ ਚਾਰਟਰ ਕਰਕੇ ਜਾ ਸਕਦੇ ਹੋ? ਕਹਿੰਦੇ ਜੀ ਤੁਸੀਂ ਕਰਾ ਸਕਦੇ ਹੋ। ਮੈਂ ਕਿਹਾ ਮੈਂ ਗੱਲਬਾਤ ਕਰ ਲੈਂਦੇ, ਲੱਭ ਲੈਂਦੇ ਕੰਪਨੀ। ਫਿਰ ਅਸੀਂ ਗੱਲ ਕੀਤੀ ਨਾਲ, ਫਿਰ ਕੈਨੇਡੀਅਨ ਹਾਈ ਕਮਿਸ਼ਨ ਨੂੰ ਲਿਖਿਆ। ਕੁਝ ਦਿਨਾਂ ਬਾਅਦ ਕੈਨੇਡੀਅਨ ਹਾਈ ਕਮਿਸ਼ਨ ਦਾ ਵੀ ਜਵਾਬ ਆਇਆ, ਕਹਿੰਦੇ ਜੀ ਅਸੀਂ ਕਰਾ ਦਾਂਗੇ, ਸਾਨੂੰ ਇਹ ਇਨਫੋਰਮੇਸ਼ਨ ਇਕੱਠੀ ਕਰਕੇ ਦੇ ਦਿਓ ਤੁਸੀਂ ਜਹਾਜ਼ ਬਾਰੇ, ਚਾਰਟਰ ਕੰਪਨੀ ਬਾਰੇ, ਤਾਂ ਅਸੀਂ ਦੇਖ ਲੈਂਦੇ ਹਾਂ। ਤੇ ਮੇਰਾ ਇਹੀ ਸੀਗਾ ਕਿ ਦਿੱਲੀ ਤੋਂ ਨਾ ਫਲਾਈਟ ਹੋਣ, ਅੰਮ੍ਰਿਤਸਰ ਤੋਂ ਹੋਣ। ਉਹ ਇਸ ਵਾਸਤੇ ਸੀ ਕਿ ਲੋਕਾਂ ਨੂੰ ਪੰਜਾਬ ਤੋਂ ਦਿੱਲੀ ਜਾਣਾ ਬੜਾ ਔਖਾ ਲੱਗਦਾ ਸੀਗਾ। ਬੱਸਾਂ ਦਾ ਉਹ ਜਿਹੜਾ ਪਿਛਲੇ ਜਾਟ ਦਾ ਐਜੀਟੇਸ਼ਨ ਹੋਈ ਸੀ, ਉਹ 'ਚ ਕਾਫੀ ਰੌਲਾ ਰੱਪਾ ਪਿਆ ਸੀ, ਤਾਂ ਲੋਕੀ ਸੇਫ ਨਹੀਂ ਫੀਲ ਕਰ ਰਹੇ ਸੀਗੇ। ਤਾਂ ਅਸੀਂ ਜਦ ਗੱਲਬਾਤ ਕੀਤੀ, ਅਸੀਂ ਕਹਿੰਦੇ ਅਸੀਂ ਅੰਮ੍ਰਿਤਸਰ ਤੋਂ ਹੀ ਫਲਾਈਟ ਚਲਾਵਾਂਗੇ। ਤਾਂ ਉਹ ਕਹਿੰਦੇ ਸਾਨੂੰ ਕੋਈ ਦਿੱਕਤ ਨਹੀਂ ਹੈ, ਤੁਸੀਂ ਸਾਨੂੰ ਦਿਓ, ਅਸੀਂ ਜਿਹੜੀਆਂ ਚੀਜ਼ਾਂ ਕਾਗਜ਼ ਪ੍ਰੋਸੈਸ ਕਰਕੇ ਇੰਡੀਆ ਦੀ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਨੂੰ ਲਿਖਾਂਗੇ, ਕਿਉਂਕਿ ਇਹ ਜਿਹੜੀਆਂ ਫਲਾਈਟਸ ਹੁੰਦੀਆਂ ਇਹ ਫਲਾਈਟਸ ਹੁੰਦੀਆਂ ਰੀਪੈਟਰੀਏਸ਼ਨ ਫਲਾਈਟ, ਮਤਲਬ ਕਿ ਕੈਨੇਡੀਅਨ ਸਿਟੀਜ਼ਨਸ ਨੇ ਜਾਣਾ ਹੈ ਤਾਂ ਇਹਦੇ ਵਿੱਚ ਕੈਨੇਡੀਅਨ ਹਾਈ ਕਮਿਸ਼ਨ ਦਾ ਇੱਕ ਬੜਾ ਵੱਡਾ ਰੋਲ ਹੁੰਦਾ। ਇਸ ਲਈ ਕੈਨੇਡੀਅਨ ਹਾਈ ਕਮਿਸ਼ਨ ਹੀ ਹੈ ਜਿਹੜੀ ਕਿ ਅੱਗੇ ਇੰਡੀਆ ਦੀ ਜਿਹੜੀ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਹੈ ਉਹਨੂੰ ਲਿਖਦੇ ਹੈ ਕਿ ਵੀ ਸਾਡੇ ਇੱਥੇ ਬੰਦੇ ਫਸੇ ਹੋਏ ਚਾਰਟਰ ਪਲੇਨ ਰਾਹੀਂ ਆਪਣੇ ਦੇਸ਼ ਵਾਪਸ ਜਾਣਾ ਚਾਹੁੰਦੇ ਆ, ਕਿ ਇਹਨਾਂ ਨੂੰ ਪਰਮਿਸ਼ਨ ਦਿੱਤੀ ਜਾਵੇ ਉਤਰਨ ਦੀ, ਸੌਰੀ ਇੱਥੋਂ ਜਾਣ ਦੀ। ਤੇ ਜਹਾਜ਼ ਅਸੀਂ ਇਹ ਵਾਲਾ ਜਹਾਜ਼ ਕਰ ਰਹੇ ਹਾਂ, ਉਹਦੀ ਇਹ ਡਿਟੇਲ ਦਾ ਸਾਰੀ ਇਨਫੋਰਮੇਸ਼ਨ ਪ੍ਰੋਸੈਸ ਕਰਕੇ ਉੱਥੋਂ ਫਿਰ ਸਿਵਲ ਐਵੀਏਸ਼ਨ ਅਥਾਰਟੀ ਨੂੰ ਜਾਂਦੀ ਹੈ ਤੇ ਸਿਵਲ ਐਵੀਏਸ਼ਨ ਅਥਾਰਟੀ ਉਹਦੀ ਪਰਮਿਸ਼ਨ ਦਿੰਦੀ ਹੈ ਜੀ। ਤਾਂ ਇਹ ਸਾਰਾ ਚੀਜ਼ ਸ਼ੁਰੂ ਹੋਇਆ ਸੀਗਾ। ਤੇ ਜਦ ਸਾਨੂੰ ਪਰਮਿਸ਼ਨ ਮਿਲੀਆਂ, ਸਾਨੂੰ 8 ਜਹਾਜ਼ਾਂ ਦੀ ਪਰਮਿਸ਼ਨ ਮਿਲੀ ਉਤਰਨ ਦੀ ਇੱਥੇ
ਅੰਮ੍ਰਿਤਸਰ ਦੇ ਵਿੱਚ ਵਾਰੀ-ਵਾਰੀ ਕਰਕੇ, ਜਿਹਦੇ ਥਰੂ ਸਾਰੇ ਬੰਦੇ ਜਾ ਸਕਦੇ ਸੀਗੇ। ਪਰ ਇਹ ਜਦ ਸਾਰਾ ਉਪਰਾਲਾ ਚੱਲ ਰਿਹਾ ਸੀ, ਅਸੀਂ ਗੱਲਬਾਤ ਕਰ ਰਹੇ ਸੀ, ਅਸੀਂ ਕਈ ਉੱਥੇ ਐਮਪੀਜ਼ ਨੂੰ ਵੀ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ, ਕਈਆਂ ਨਾਲ ਗੱਲ ਵੀ ਹੋਈ, ਪਰ ਕਿਸੇ ਨੇ ਸਾਡਾ ਉੱਥੇ ਸਾਥ ਨਹੀਂ ਦਿੱਤਾ। ਇਹ ਜਦ ਇਹ ਸਾਰਾ ਕੁਝ ਹੋ ਗਿਆ, ਜਿਸ ਦਿਨ ਫਲਾਈਟਸ ਜਾਣੀਆਂ ਸੀ, ਫਲਾਈਟ ਜਾਣ ਤੋਂ 2-3 ਦਿਨ ਪਹਿਲਾਂ ਉੱਥੇ ਕੈਨੇਡਾ ਦੇ ਵਿੱਚ ਹੀ ਟਿਕਟ ਸੇਲ ਹੋ ਰਹੀਆਂ ਸੀ। ਇੰਡੀਆ 'ਚ ਕੋਈ ਇਹਦੀ ਟਿਕਟ ਸੈਲ ਨਹੀਂ ਕਰ ਸਕਦਾ, ਰੀਜ਼ਨ ਹੈ ਚਾਰਟਰਡ ਫਲਾਈਟ ਹੈ। ਤਾਂ ਇੰਡੀਆ 'ਚ ਓਪਨ ਵੀ ਜਿਵੇਂ ਆਪਣੀ ਕਈ ਵੈਬਸਾਈਟਸ ਹਨ, ਜਦੋਂ ਤੁਸੀਂ ਟਿਕਟਾਂ ਖਰੀਦਦੇ ਹੋ, ਇਹ ਟਿਕਟਾਂ ਇਸ ਤਰ੍ਹਾਂ ਵਿਕਦੀਆਂ ਨਹੀਂ। ਤਾਂ ਜਦ ਇਹ ਚੱਲ ਰਿਹਾ ਸੀ, ਉੱਥੇ ਦੇ ਕੁਝ ਜਿਹੜੇ ਪੜ੍ਹੇ ਲਿਖੇ ਐਮਪੀ ਸਾਹਿਬਾਨ, ਮੈਂ ਤਾਂ ਕਹਿੰਦਾ ਪੜ੍ਹੇ ਲਿਖੇ ਇੰਟੈਲੀਜੈਂਟ ਐਮਪੀ ਸਾਹਿਬਾਨ, ਉਹਨਾਂ ਨੂੰ ਦਿੱਕਤ ਹੋ ਗਈ। ਉਹਨਾਂ ਨੂੰ ਹੋ ਗਿਆ ਭਾਈ ਇਹ ਤਾਂ ਅਗਰ ਫਲਾਈਟਾਂ ਇੱਥੇ ਉਤਰ ਗਈਆਂ, ਇਹ ਤਾਂ ਬੜੀ ਦਿੱਕਤ ਹੋ ਜਾਏਗੀ, ਅਸੀਂ ਤਾਂ ਕੁਝ ਕੀਤਾ ਨਹੀਂ। ਕਿਉਂਕਿ ਪੰਜਾਬ ਦੇ ਵਿੱਚ ਇੰਨੇ ਬੰਦੇ ਮੇਰੇ ਨਾਲ ਜੁੜ ਚੁੱਕੇ ਸੀ, ਮੈਨੂੰ ਤਾਂ ਹੁਣ ਫਿਗਰ ਵੀ ਨਹੀਂ ਪਤਾ, ਬਿਕੋਜ਼ ਅਸੀਂ ਉਹ ਡਾਟਾ ਸਾਰਾ ਡਿਲੀਟ ਕਰਤਾ ਕਿ ਖਤਮ ਹੋ ਗਿਆ ਉਹ ਸਾਰਾ ਉਪਰਾਲਾ ਜਿਹਾ ਜੀ। ਤਾਂ ਬੰਦੇ ਇੰਨੇ ਜੁੜ ਚੁੱਕੇ ਸੀਗੇ ਜਾਣ ਲਈ। ਸਾਡੇ ਜਿਸ ਦਿਨ ਅਸੀਂ ਬੁਕਿੰਗ ਖੋਲੀ ਤਾਂ 2 ਦਿਨ ਜਿਹੜੀਆਂ ਫਲਾਈਟਾਂ ਸੀ ਸਾਡੀਆਂ ਬੁੱਕ ਹੋ ਗਈਆਂ ਸੀ, ਤੇ ਲੋਕੀ ਉੱਤੇ ਆ ਕੇ ਬੈਂਕ ਡਰਾਫਟ ਚੀਜ਼ਾਂ ਦੇ ਰਹੇ ਸੀ। ਇਹ ਚੀਜ਼ ਉੱਥੇ ਦੇ ਪੜ੍ਹੇ ਲਿਖੇ, ਮੈਂ ਫਿਰ ਦੁਬਾਰਾ ਕਹੂੰਗਾ, ਪੜ੍ਹੇ ਲਿਖੇ ਐਮਪੀ ਆ ਜਿਹੜੇ ਸਿਆਣੇ ਪੰਜਾਬੀ ਓਰੀਜਨ ਦੇ, ਇੱਥੋਂ ਹੀ ਗਏ ਪੰਜਾਬ ਤੋਂ ਉੱਠ ਕੇ ਉੱਥੇ ਬੈਠੇ, ਉਹਨਾਂ ਨੂੰ ਤਕਲੀਫ ਹੋਣ ਲੱਗ ਪਈ। ਤੇ ਉਹਨਾਂ ਨੇ ਕੀ ਉੱਥੇ ਗੱਲਾਂ ਹੋਈਆਂ, ਬਿਕੋਜ਼ ਇਹ ਸਭ ਡਿਪਲੋਮੈਟਿਕ ਚੈਨਲ ਦੇ ਥਰੂ ਹੀ ਹੁੰਦਾ ਹੈ, ਸਾਡੇ ਕੋਲ ਕਦੀ ਇਹਦੀ ਚਿੱਠੀ ਨਹੀਂ ਆਏਗੀ। ਤੇ ਉਹਨਾਂ ਨੇ ਹੀ ਜਿੱਥੋਂ ਪਰਮਿਸ਼ਨ ਦਵਾਈ ਸੀ, ਉੱਥੇ ਉਹਨਾਂ ਨੇ ਸਾਡੀ ਪਰਮਿਸ਼ਨ ਉਹਦੀ ਕੈਂਸਲ ਕਰਵਾਤੀ ਜੀ। ਸੋ ਇਹ ਜਿਹੜੀ ਤੁਸੀਂ ਕਿਹਾ ਵੀ ਇੱਥੋਂ ਸ਼ੁਰੂਆਤ ਕਰਕੇ ਵੀ ਐਮਪੀਜ਼ ਕਨੇ, ਇਹਦਾ ਕੀ ਕੋਈ ਸਬੂਤ ਹੈ ਜੀ? ਮਤਲਬ ਜਿਹੜਾ ਬੜਾ ਕਲੀਅਰ ਹੈ ਜੀ। ਨਹੀਂ, ਇਹ ਵੀ ਕੋਈ ਨਹੀਂ, ਸਬੂਤ ਬੜਾ ਕਲੀਅਰ। ਜਦ ਅਸੀਂ ਪਰਮਿਸ਼ਨ ਮਿਲਦੀ ਹੈ, ਕੈਨੇਡੀਅਨ ਹਾਈ ਕਮਿਸ਼ਨ ਲਿਖ ਕੇ ਦਿੰਦਾ ਇੰਡੀਆ ਨੂੰ ਪਰਮਿਸ਼ਨ ਦਿਓ, ਤੇ ਇੰਡੀਅਨ ਗਵਰਨਮੈਂਟ ਕਦੀ ਪਰਮਿਸ਼ਨ ਕੈਂਸਲ ਨਹੀਂ ਕਰਦੀ। ਜਿਹੜੀ ਬਾਡੀ ਲਿਖ ਕੇ ਦਿੰਦੀ ਹੈ, ਅਗਰ ਉਹੀ ਲਿਖੇ ਜੀ ਪਰਮਿਸ਼ਨ ਕੈਂਸਲ ਹੋਣੀ ਹੈ ਤਾਂ ਹੀ ਕੈਂਸਲ ਹੁੰਦੀ ਹੈ। ਇਹ ਬੜਾ ਸਿੰਪਲ ਜਿਹਾ ਲੌਜਿਕ ਹੈ। ਇਹਦੇ 'ਚ ਤੁਸੀਂ ਅਗਰ ਕੋ ਪ੍ਰੂਫ, ਮੈਂ ਚਿੱਠੀਆਂ ਲਿਆਵਾਂ, ਪਹਿਲੀ ਵਾਲੀ ਵੀ ਜਦੋਂ ਸਾਨੂੰ ਪਰਮਿਸ਼ਨ ਮਿਲੀ ਸੀ, ਉਹਦੀ ਵੀ ਕਾਪੀ ਮਿਨਿਸਟਰੀ ਆਫ ਐਕਸਟਰਨਲ ਅਫੇਅਰ ਨੂੰ ਦਿੱਤੀ ਸੀ ਇਹਨਾਂ ਨੇ, ਤੇ ਉਸ ਤੋਂ ਡੀਜੀਸੀ ਨੇ ਸਾਨੂੰ ਜਹਾਜ਼ ਉਡਾਉਣ ਦੀ ਜਿਹੜੀ ਪਰਮਿਸ਼ਨ ਦੇਤੀ ਸੀ। ਹੁਣ ਜਦ ਕੈਂਸਲ ਹੋਈ ਹੈ, ਡੀਜੀਸੀ ਨੂੰ ਉਹਨਾਂ ਨੇ ਹਾਈ ਕਮਿਸ਼ਨ ਵੱਲੋਂ ਰਿਕੁਐਸਟ ਕੀਤੀ ਹੈ ਜੀ ਕੈਂਸਲ ਕਰ ਦਿਓ। ਇਹ ਚੀਜ਼ ਹੋਈ ਹੈ, ਬਿਕੋਜ਼ ਉਹਦੀ ਕਾਪੀ ਸਾਡੇ ਕੋਲ ਨਹੀਂ ਆਣੀ, ਉਹ ਕਾਪੀ ਇਹਨਾਂ ਦੇ ਕੋਲ ਹੀ ਰਹਿੰਦੀ ਹੈ, ਸਰਕਾਰਾਂ ਦੇ ਕੋਲ। ਕੌਨਫੀਡੈਂਸ਼ੀਅਲ ਡਾਕੂਮੈਂਟ ਹੁੰਦਾ ਉਹਦੇ ਡਾਕੂਮੈਂਟ ਕਿਸੇ ਨੂੰ ਪਬਲਿਕ ਨਹੀਂ ਹੋਏਗਾ ਉਹ ਕਦੀ। ਜਾਂ ਇੱਕ ਹੋਰ ਗੱਲ ਜੀ, ਜਿਹੜੀ ਇਹਦੇ ਵਿੱਚ ਟਿਕਟ ਨੂੰ ਲੈ ਕੇ ਸੀ, ਕਿਉਂਕਿ ਮੈਂ ਜਿਹੜੇ ਆਪਣੇ ਕੈਨੇਡਾ ਤੋਂ ਸਰੀ ਦੇ ਉੱਪਰ ਗਿੱਲ ਸਾਹਿਬ, ਮੇਰੇ ਖਿਆਲ ਉਹਨਾਂ ਦੀ ਸੁਣੀ ਸੀ ਵੀ ਜਿਹੜੀ ਗਵਰਨਮੈਂਟ ਨੇ $2900 ਦੇ ਕਰੀਬ ਟਿਕਟ ਇੱਕ ਕੀਤੀ ਸੀ, ਤੇ ਆਪਾਂ ਉਹਨਾਂ ਨੂੰ ਰਿਡਿਊਸ ਕਰਕੇ ਮੇਰੇ ਖਿਆਲ 2000 ਦੇ ਕਰੀਬ ਸ਼ਾਇਦ ਲੈ ਕੇ ਆਏ ਸੀ ਪਰ ਪਰਸਨ ਜੀ। ਤੇ ਇਹਦੇ ਵਿੱਚ ਪਰ ਉਹ ਜਿਵੇਂ ਉਹਨਾਂ ਦੇ ਕੰਨਿਓ ਜਾਣੀ ਦੀ ਸੁਣਨ ਚ ਆਇਆ ਜੀ ਵੀ ਜਿਹੜਾ $4500 ਦੀ ਟਿਕਟ ਜਾਂ ਉਹ ਤੋਂ ਅਬਵ ਵੀ ਇਹ ਤਾਂ ਜੀ ਬਿਜ਼ਨਸ ਕਲਾਸ ਤੋਂ ਵੀ ਅਪ ਜਾ ਰਹੀ ਹੈ। ਇਹਦੇ ਬਾਰੇ ਕੁਝ ਦੱਸੋ ਜੀ, ਇਹਦੇ ਚ ਕਿੰਨੀ ਸੱਚਾਈ ਹੈ? ਤੁਹਾਨੂੰ ਦੱਸਦਾ, ਜਦੋਂ ਇਹਨਾਂ ਨੇ ਪਹਿਲੀਆਂ ਕੁਝ ਫਲਾਈਟਾਂ ਦਿੱਲੀ ਤੋਂ ਗਈਆਂ ਜੀ, ਜਿਹਦੀ ਕਾਰਪੋਰੇਟ ਫਲਾਇਰਸ ਕਰਕੇ ਕੰਪਨੀ ਸੀ, ਜਿਹੜੀ ਕੈਨੇਡੀਅਨ ਹਾਈ ਕਮਿਸ਼ਨ ਨੇ ਇੰਗੇਜ ਕੀਤੀ ਸੀ, ਉਹ $2900 ਦੀ ਟਿਕਟ ਦਿੰਦੇ ਸੀ, ਪਲੱਸ $800 ਪੰਜਾਬ ਤੋਂ ਦਿੱਲੀ ਤੱਕ ਦਾ ਜਾਣ ਦਾ ਖਰਚਾ ਸੀਗਾ ਜੀ। ਲੋਕਲ ਸਾਡੀ ਜਿਹੜੀ ਕਾਸਟ ਬੈਠ ਰਹੀ ਸੀ $2600 ਦੇ ਕਰੀਬ ਕਾਸਟ ਬੈਠ ਰਹੀ, ਜਿਹਦੇ 'ਚ ਅਸੀਂ ਲੋਕਲ ਟਰਾਂਸਪੋਰਟੇਸ਼ਨ ਸਾਰਾ ਇਨਕਲੂਡ ਕੀਤਾ ਹੋਇਆ ਸੀ। ਉਸ ਤੋਂ ਬਾਅਦ ਜਦ ਫਲਾਈਟ ਫੁੱਲ ਹੋ ਜਾਂਦੀ ਹੈ, ਇਹਦਾ ਵੀ ਇੱਕ ਸਿਸਟਮ ਹੁੰਦਾ, ਅਗਰ 80% ਜਹਾਜ਼ ਫੁੱਲ ਹੋ ਜਾਏ ਤਾਂ ਉਹੀ ਕਾਸਟ ਹੁੰਦੀ ਹੈ। ਅਗਰ ਜਹਾਜ਼ ਫੁੱਲ ਹੋ ਜਾਂਦਾ ਹੈ, ਫੁੱਲ ਕੈਪੈਸਿਟੀ ਤੇ ਜਾਂਦਾ ਹੈ, ਤਾਂ ਜਿਹੜੇ 20% ਕਾਸਟ ਸੀ ਉਹ ਵੀ ਵਾਪਸ ਚਲੇ ਜਾਣੀ ਸੀ ਪੈਸੇਂਜਰਸ ਨੂੰ ਹੀ, ਯਾਨੀ ਸਾਡੀ ਕਾਸਟ ਹੋਰ ਘਟ ਜਾਣੀ ਸੀ, 2200 ਤੱਕ ਆ ਜਾਣੀ ਸੀਗੀ ਜੀ। ਇਹ ਸਾਡੀ ਗਰਾਊਂਡ ਟਰਾਂਸਪੋਰਟੇਸ਼ਨ ਵੀ ਇਨਕਲੂਡਡ ਸੀਗੀ ਜੀ। ਇਹ ਸਾਡੀ ਟਿਕਟ ਜਿਹੜੀ ਬਿਜ਼ਨਸ ਕਲਾਸ ਦੀ ਸੀ, ਉਹ ਵੀ ਜਿਹੜੀ ਐਗਜ਼ਿਸਟਿੰਗ ਚਲਾ ਰਹੇ ਸੀ, ਉਹ ਤੋਂ ਬਹੁਤ ਸਸਤੀ ਸੀ ਜੀ ਇਹ। ਤੇ ਇਹਨਾਂ ਦੇ ਫਿਰ ਇਹਨਾਂ ਦਾ ਰੀਜ਼ਨ ਜਿਹੜਾ ਇਹਨਾਂ ਕੰਨਿਓ ਮੇਰੇ ਖਿਆਲ ਦਿੱਤਾ ਗਿਆ ਜ਼ਿਆਦਾ, ਜਿਹੜਾ ਜਿਵੇਂ ਤੁਹਾਡੇ ਕਹਿਣ ਮੁਤਾਬਕ ਤੇ ਜਾਂ ਜਿਹੜਾ ਸੁਣਨ ਨੂੰ ਗੱਲਾਂ ਮਿਲਦੀਆਂ, ਇਹਦੇ ਵਿੱਚ ਇਹ ਦੱਸਿਆ ਗਿਆ ਵੀ ਜੀ ਟਿਕਟ ਪ੍ਰਾਈਸ ਬਹੁਤ ਸੀ, ਔਰ ਇਹ ਲੋਕਾਂ ਨੂੰ ਸੇਫਟੀ ਪੱਖੋਂ ਲਾ ਲਓ ਆਪਣੇ, ਜਿਵੇਂ ਇਹਨਾਂ ਦੀ ਸੇਫਟੀ ਜ਼ਿਆਦਾਤਰ ਲੋਕਾਂ ਨੇ ਕਿਹਾ ਗਿਆ ਸੀ ਅਸੀਂ 2 ਸਟੇਟਾਂ ਮਤਲਬ ਟੱਪ ਕੇ ਜਾਵਾਂਗੇ, ਤੇ ਕਿੱਥੇ ਸਾਨੂੰ ਆਪਣੇ ਪੰਜਾਬ ਦੇ ਵਿੱਚ ਹੀ ਸਭ ਕੁਝ ਅਵੇਲੇਬਿਲਟੀ ਹੋਏਗੀ ਵੀ ਸੇਫਟੀ ਪੱਖੋਂ ਵੀ। ਉਹਦੇ ਚ ਆਪਣੀ ਇਹਦੇ ਚ ਕਿੰਨੀ ਸੱਚਾਈ ਹੈ ਜੀ? ਬਿਲਕੁਲ ਠੀਕ ਹੈ ਜੀ। ਸਾਡੀ ਇੱਥੋਂ ਅੰਮ੍ਰਿਤਸਰ ਤੋਂ ਡਾਇਰੈਕਟ ਫਲਾਈਟ ਜਾਣੀ ਸੀਗੀ ਟੋਰਾਂਟੋ ਨੂੰ, ਜਿਹੜੀਆਂ ਦੂਜੀਆਂ ਫਲਾਈਟ ਦਿੱਲੀ ਤੋਂ ਜਾ ਰਹੀਆਂ ਸੀ। ਪਹਿਲੀ ਗੱਲ ਤਾਂ ਲੋਕਾਂ ਨੂੰ ਇੱਥੋਂ ਜਾਣ ਲਈ ਉੱਥੇ ਕਈ ਲੋਕਾਂ ਨੇ ਆ ਕੇ ਆਪਣੇ ਐਕਸਪੀਰੀਅੰਸਿਸ ਉੱਥੇ ਦੇ ਰੇਡੀਓ ਸ਼ੋਅਸ ਵੀ ਸ਼ੇਅਰ ਕੀਤੇ ਆ ਜੀ, ਅਸੀਂ ਕਿਵੇਂ ਪਹੁੰਚੇ ਆ। ਸਾਨੂੰ ਪਹਿਲਾਂ ਤਾਂ ਇੱਥੋਂ ਬੱਸਾਂ ਨਹੀਂ ਮਿਲੀਆਂ ਜਾਣ ਨੂੰ, ਜਿਹੜੀ ਬੱਸ ਮਿਲੀ ਉਹ ਟੈਂਪੂ ਟਰੈਵਲਰਾਂ 'ਚ ਅਸੀਂ ਇੱਥੋਂ ਟਰੈਵਲ ਕਰਕੇ ਦਿੱਲੀ ਗਏ, ਫਿਰ ਉੱਥੇ ਉਤਰੇ ਆ, ਉੱਥੋਂ ਅਸੀਂ ਲੰਡਨ ਉਤਰੇ ਆ, ਲੰਡਨ ਤੋਂ ਬਾਅਦ ਸਾਨੂੰ ਫਿਰ ਜਹਾਜ਼ ਲੈਣਾ ਪਿਆ ਅੱਗੇ ਜਾਣ ਲਈ, ਤਾਂ ਉਹ ਫਲਾਈਟਾਂ ਵਧਦੀਆਂ ਗਿਆ ਤੇ ਚਾਰजेस ਵੀ ਉਸ ਹਿਸਾਬ ਨਾਲ ਵੱਧਦੇ ਗਏ।
ਅਗਰ ਇੱਕ ਜਹਾਜ਼ 'ਚ 200 ਬੰਦੇ ਨੇ ਜਾਣਾ ਸੀਗਾ, ਉਸ ਚਾਰਟਰਡ ਕੰਪਨੀ ਨੇ 300 ਟਿਕਟਾਂ ਉਹਦੀਆਂ ਵੇਚਤੀਆਂ ਤੇ ਲੋਕਾਂ ਨੂੰ ਰਿਫੰਡ ਜਦ ਕਰਨ ਲੱਗਿਆ ਤਾਂ ਪੈਸੇ ਕੱਟ ਕੇ ਰਿਫੰਡ ਕਰ ਰਹੇ ਸੀ। ਸੋ ਇਹ ਬੜੀ ਵੱਡੀ ਇੱਕ ਚੀਜ਼ ਹੈ, ਜਿਹੜੇ ਸਿਆਣੇ ਬਾਣੇ ਲੋਕ ਹੈ ਸਮਝ ਰਹੇ ਹੈ ਕਿ ਉਹੀ ਜਹਾਜ਼ ਸਾਡਾ ਵੀ ਜਾਣਾ ਸੀਗਾ, ਸਸਤਾ ਸੀ, ਅਸੀਂ ਡਾਇਰੈਕਟ ਫਲਾਈਟਸ ਉਡਾ ਰਹੇ ਸੀ। ਤੇ ਇੱਕ ਇਹਦੇ 'ਚ ਮੈਂ ਹੋਰ ਐਡ ਕਰਾਂਗਾ, ਤੁਹਾਨੂੰ ਦੱਸਾਂਗਾ, ਏਅਰ ਕੈਨੇਡਾ ਦੇ ਜਹਾਜ਼ ਉੱਥੇ ਵਿਹਲੇ ਖੜੇ ਹੈ ਕੈਨੇਡਾ ਦੇ ਵਿੱਚ, ਪਰ ਕੈਨੇਡੀਅਨ ਸਰਕਾਰ ਕਦੀ ਕਤਰ 에ਅਰਵੇਜ਼ ਤੋਂ ਜਹਾਜ਼ ਕਿਰਾਏ ਤੇ ਲੈ ਰਹੀ ਹੈ, ਕਦੀ 에ਅਰ ਇੰਡੀਆ ਤੋਂ ਜਹਾਜ਼ ਕਿਰਾਏ ਤੇ ਲੈ ਰਹੀ ਹੈ ਚਾਰਟਰ, ਕਦੀ ਸਾਡੇ ਵਰਗੇ ਬੰਦੇ ਵੀ ਜ਼ੋਰ ਲਾ ਰਹੇ ਸੀ ਚਾਰਟਰ ਦੇ। ਮੈਨੂੰ ਇਹ ਨਹੀਂ ਸਮਝ ਆਉਂਦਾ, ਐਡਾ ਵੱਡਾ ਡਿਵੈਲਪਡ ਕੰਟਰੀਜ਼ ਆ, ਆਪਣੇ 에ਅਰ ਕੈਨੇਡਾ ਦੇ ਜਹਾਜ਼ ਕਿਉਂ ਨਹੀਂ ਉਹ ਇੰਡੀਆ ਲੈ ਕੇ ਆ ਰਿਹਾ? ਹਰ ਪਾਸੇ ਦੁਨੀਆ 'ਚ 에ਅਰ ਕੈਨੇਡਾ ਦੇ ਜਹਾਜ਼ ਚਲਾ ਰਿਹਾ, ਪਰ ਇੰਡੀਆ 'ਚੋਂ 에ਅਰ ਕੈਨੇਡਾ ਨਹੀਂ ਲੈ ਕੇ ਆ ਰਿਹਾ। ਇਹਦਾ ਕੋਈ ਜਵਾਬ ਸਾਨੂੰ ਮਿਲਿਆ ਨਹੀਂ। ਕਿਉਂਕਿ ਐਮਪੀਜ਼ ਦੇ ਕਹਿਣ ਮੁਤਾਬਕ ਅਸੀਂ ਉਹਨਾਂ ਨੂੰ ਸਵਾਲ ਕੀਤਾ ਸੀ, ਇਹ ਉਹਨਾਂ ਦੇ ਕਹਿਣ ਮੁਤਾਬਕ ਜੀ ਵੀ 에ਅਰ ਕੈਨੇਡਾ ਨੇ ਜਾਣ ਤੋਂ ਮਨਾ ਕਰਤਾ ਵੀ ਸੇਫਟੀ ਪਰਪਸ ਦੇ ਅਕੋਰਡਿੰਗ। ਤੇ ਜਿਹੜੀ ਆਪਣੀ ਫਲਾਈਟ ਸੀ, ਇਹ ਯੂਰਪ ਦੀ ਕਿਹੜੀ ਫਲਾਈਟ ਸੀਗੀ ਜੀ ਜਿਹੜੀ ਚਾਰਟਰ ਪਲਾਨ ਆਪਾਂ ਹਾਇਰ ਕੀਤੇ ਸੀ? ਫਲਾਈਟ ਹੈ, ਯੂਰਪੀਅਨ ਕੰਪਨੀ ਹੈ ਇਹ, ਜਿਹੜੀ ਵਰਲਡ ਦੀ ਲਾਰਜੈਸਟ ਹੈ, ਜਿਹੜੀ ਪਲੇਨ ਚਾਰਟਰ ਕਰਦੀ ਹੈ, ਕਿਰਾਏ ਤੇ ਦਿੰਦੀ ਹੈ ਜੀ। ਉਹਨਾਂ ਦਾ ਇਹ ਜਹਾਜ਼ ਸੀਗਾ ਜਾਣ ਵਾਸਤੇ ਉੱਥੋਂ। ਮੈਂ ਬੜਾ ਹੈਰਾਨ ਹੈ, ਇਹ ਇੰਗਲੈਂਡ ਤੋਂ ਤਾਂ ਆਪਣੇ ਬੰਦਿਆਂ ਨੂੰ ਲੈ ਕੇ ਆ ਰਹੇ, ਜਿੱਥੇ ਸਭ ਤੋਂ ਜ਼ਿਆਦਾ ਕਰੋਨਾ ਹੋਇਆ, ਇੰਡੀਆ ਨਾਲੋਂ ਵੀ ਜ਼ਿਆਦਾ ਕੇਸਿਸ ਹੈ, ਅਮਰੀਕਾ 'ਚ ਇੰਡੀਆ ਨਾਲੋਂ ਜ਼ਿਆਦਾ ਕੇਸ, ਉੱਥੇ 에ਅਰ ਇੰਡੀਆ ਦਾ ਜਹਾਜ਼ ਜਾ ਸਕਦਾ ਹੈ। ਇੰਡੀਆ ਆਉਣ ਨੂੰ 에ਅਰ ਕੈਨੇਡਾ ਦੇ ਪਤਾ ਨਹੀਂ ਕੀ ਗੱਲ, ਇੱਥੇ ਉਹਨਾਂ ਨੂੰ ਕੀ ਡਰ ਲੱਗਦਾ ਕਿ ਇੱਥੇ ਆ ਕੇ ਕੀ ਹੋ ਜਾਊਗਾ। ਯੂਰਪ ਦੇ ਵਿੱਚ ਉੱਥੋਂ ਬੰਦੇ ਲੈ ਕੇ ਆਏ, ਉੱਥੋਂ 에ਅਰ ਕੈਨੇਡਾ ਦੇ ਜਹਾਜ਼ ਗਏ ਲੈ ਕੇ ਉਹਨਾਂ ਨੂੰ। ਆਪਣੇ ਇੱਥੇ ਦੇਖੋ ਛੋਟਾ ਜਿਹਾ ਕੰਟਰੀ ਹੈ ਭੂਟਾਨ, ਉਹ ਆਪਣੇ ਬੰਦੇ ਚੰਡੀਗੜ੍ਹ ਤੋਂ ਜਹਾਜ਼ ਤੇ ਲੈ ਗਿਆ, ਮਲੇਸ਼ੀਆ ਲੈ ਗਿਆ, ਆਸਟ੍ਰੇਲੀਆ ਲੈ ਗਿਆ, ਯੂਕੇ ਲੈ ਕੇ ਜਾ ਰਿਹਾ, ਡੇਲੀ ਫਲਾਈਟਸ ਲੈ ਕੇ ਜਾ ਰਿਹਾ ਬ੍ਰਿਟਿਸ਼ 에ਅਰਵੇਜ਼। ਸਿਰਫ 에ਅਰ ਕੈਨੇਡਾ ਨੂੰ ਕੋਈ ਤਕਲੀਫ ਹੈ ਇੰਡੀਆ 'ਚੋਂ ਜਹਾਜ਼ ਲਿਆਉਣ ਦੀ? ਇਹ ਤਾਂ ਉਹਨਾਂ ਦੇ ਪੜ੍ਹੇ ਲਿਖੇ ਐਮਪੀ ਹੀ ਦੱਸ ਸਕਦੇ ਹੈ ਜੀ, ਜਿਹੜੇ ਕਾਫੀ ਲਰਨਡ ਲੋਕ ਹੈ, ਕਈ ਵਾਰੀ ਐਮਪੀ ਬਣ ਗਏ ਹੈ, ਉਹੀ ਇਸ ਚੀਜ਼ ਦਾ ਜਵਾਬ ਦੇ ਸਕਦੇ। ਨਾਲੇ 75% ਸੈਲਰੀ ਲੈ ਰਹੇ ਘਰ ਬੈਠੇ 에ਅਰ ਕੈਨੇਡਾ ਵਾਲੇ। 에ਅਰ ਕੈਨੇਡਾ ਨੂੰ ਗਵਰਨਮੈਂਟ 75% ਸੈਲਰੀ ਘਰ ਬੈਠਣ ਦੀ ਦੇ ਰਹੀ ਹੈ। ਤਾਂ ਇਹ ਬਹੁਤ ਛੋਟੇ ਸਵਾਲ ਹੈ ਜਿਹੜੇ ਉੱਥੇ ਦੇ ਲੋਕਾਂ ਨੂੰ ਦੇਣੇ ਚਾਹੀਦੇ, ਪਤਾ ਹੋਣਾ ਚਾਹੀਦਾ ਕਿ ਕੀ ਚੱਲ ਰਿਹਾ ਹੈ। ਤੇ ਜਿਹੜੇ ਲੋਕਾਂ ਨੇ ਤੁਹਾਡੇ ਨਾਲ ਰਜਿਸਟਰ ਕੀਤਾ ਸੀ ਜੀ, ਜਿਹੜੇ ਬਜ਼ੁਰਗ ਸੀ, ਉਹਨਾਂ ਦੇ ਵਿੱਚ ਬੱਚੇ ਸੀ, ਉਹਨਾਂ ਨੂੰ ਇਹ ਵੀ ਸੁਣਨ ਚ ਆ ਰਿਹਾ ਜੀ ਉਹਨਾਂ ਨੂੰ ਇੱਥੇ ਕਾਫੀ ਸਮੱਸਿਆਵਾਂ ਸੀਗੀਆਂ, ਕਿਸੇ ਦੀ ਮੈਡੀਸਨ ਖਤਮ ਹੋ ਗਈ, ਕਿਸੇ ਦੇ ਬੱਚੇ ਛੋਟੇ ਨੇ, ਦੁੱਧ ਵਗੈਰਾ ਖਤਮ ਹੋ ਗਿਆ, ਕੁਝ ਇਸ ਤਰ੍ਹਾਂ ਦੇ ਵੀ ਸੁਣਨ ਨੂੰ ਮਿਲੇ ਆ ਜੀ? ਹਾਂਜੀ ਬਿਲਕੁਲ ਹੋਏ ਹੈ ਜੀ, ਮੈਂ ਉਹਨਾਂ ਦੀ ਮਦਦ ਵੀ ਕੀਤੀ ਹੈ। ਕਈਆਂ ਦੀ ਕਿਸੇ ਨੂੰ ਐਲਰਜੀ ਸੀ, ਹੁਣ ਕਿਉਂਕਿ ਆਪਣੇ ਇੱਥੇ ਹਾਰਵੈਸਟਿੰਗ ਸੀਜ਼ਨ ਚੱਲ ਰਿਹਾ ਹੈ, ਉਦੋਂ ਮੈਕਸਿਮਮ ਐਲਰਜੀਜ਼ ਵੱਧਦੀਆਂ ਤੇ ਇਮਿਊਨ ਸਿਸਟਮ, ਕਿਉਂ ਬੱਚੇ ਬਾਹਰੋਂ ਆਏ, ਇਹਨਾਂ ਦਾ ਥੋੜਾ ਇਮਿਊਨ ਸਿਸਟਮ ਸਟਰੋਂਗ ਨਹੀਂ ਹੈ, ਤਾਂ ਇਹਨਾਂ ਨੂੰ ਸਕਿਨ ਐਲਰਜੀ ਦੇ ਬਹੁਤ ਵੱਧ ਰਹੀਆਂ, ਅਸਥਮਾ ਦੀ ਪ੍ਰੋਬਲਮ ਇਸ ਟਾਈਮ ਵੱਧਦੀਆਂ। ਕਿਸੇ ਦੇ ਕੋਈ ਕੈਂਸਰ ਪੇਸ਼ੈਂਟ ਹੈ, ਬਜ਼ੁਰਗ ਹੈ, ਉਹਨਾਂ ਨੂੰ ਵਿਚਾਰਿਆਂ ਨੂੰ ਫਾਰਮ ਨਹੀਂ ਭਰਨੇ ਆਉਂਦੇ, ਪਾਸਿਸ ਨਹੀਂ ਲੈਂਦੇ ਹੋਏ ਸੀ। ਮੈਂ ਉਹ ਕਈ ਚੀਜ਼ਾਂ ਦੀ ਲੋਕਾਂ ਦੀ ਹੈਲਪ ਵੀ ਕੀਤੀ ਹੈ, ਮੈਡੀਸਨ ਦੀ ਵੀ ਕੀਤੀ ਹੈ। ਉਸ ਤੋਂ ਇਲਾਵਾ ਵੀ ਕਈ ਲੋਕਾਂ ਦੀ ਆਪਣੀਆਂ ਪ੍ਰੋਬਲਮ ਛੋਟੀ ਮੋਟੀਆਂ ਮੈਨੂੰ ਫੋਨ ਕਰਦੇ ਰਹਿੰਦੇ ਸੀ, ਤਾਂ ਮੈਂ ਉਹਨਾਂ ਦੀ ਕਰਦਾ ਪਿਆ। ਹਾਲੀ ਵੀ ਤੁਹਾਡੀ ਜਿਵੇਂ ਆਪਣੀ ਇੰਟਰਵਿਊ ਚੱਲ ਰਹੀ ਹੈ, ਮੈਂ ਫੋਨ ਸਾਇਲੈਂਟ ਤੇ ਕੀਤਾ, ਹਾਲੀ ਵੀ ਫੋਨ ਵੱਜ ਰਹੇ, ਉਹਨਾਂ ਦੀ ਹੈਲਪ ਕਰ ਰਹੇ ਹਾਂ। ਕਿਉਂਕਿ ਜਿਹੜੀ ਨਵੀਂ ਫਲਾਈਟ ਇਹਨਾਂ ਨੇ ਚਲਾਈ ਹੈ ਇੱਥੋਂ ਹੁਣ ਕਤਰ 에ਅਰਵੇਜ਼ ਦੀ, ਅੰਮ੍ਰਿਤਸਰ ਤੋਂ ਦੋਹਾ ਤੋਂ ਮੌਂਟਰੀਅਲ ਜਾਣੀ ਹੈ, ਉਹਦੇ ਲਈ ਉਹ ਵੀ ਬੜੇ ਸਵਾਲਾਂ ਦੇ ਘੇਰੇ 'ਚ ਹੈ, ਕਿਉਂਕਿ ਉਹ ਵੀ $2900 ਦੀ ਹੈ। ਉਸ ਤੋਂ ਬਾਅਦ $1000 ਮੌਂਟਰੀਅਲ ਟੂ ਵੈਨਕੂਵਰ ਦਾ ਖਰਚਾ ਹੈ ਜੀ, $800 ਉੱਥੋਂ ਟੋਰਾਂਟੋ ਦਾ ਖਰਚਾ ਹੈ। ਤੇ ਮੌਂਟਰੀਅਲ ਇੱਕ ਫ੍ਰੈਂਚ ਸਪੀਕਿੰਗ ਪ੍ਰੋਵਿੰਸ ਹੈ, ਜਿੱਥੇ ਕਿ ਉਹ ਦੂਜੀ ਭਾਸ਼ਾ ਨਹੀਂ ਬੋਲਦੇ, ਤੇ ਆਪਣੇ ਬਜ਼ੁਰਗ ਜਿਹੜੇ ਉਹ ਜਹਾਜ਼ਾਂ ਜਾ ਰਹੇ ਹੈ, ਅੱਧਿਆਂ ਨੂੰ ਤਾਂ ਵਿਚਾਰਿਆਂ ਨੂੰ ਇੰਗਲਿਸ਼ ਹੀ ਨਹੀਂ ਆਉਂਦੀ, ਉਹ ਫ੍ਰੈਂਚ ਕਿੱਥੋਂ ਬੋਲਣਗੇ। ਤੇ 21 ਘੰਟੇ ਦਾ ਉੱਥੇ ਲੇਓਵਰ ਹੈ, 21 ਘੰਟੇ ਬਾਅਦ ਉੱਥੋਂ ਉਹਨਾਂ ਨੂੰ ਅਗਲੀ ਫਲਾਈਟ ਮਿਲਣੀ ਹੈ। ਬਸ ਤੁਸੀਂ ਹਿਸਾਬ ਲਾ ਲਓ ਕਿ ਉਹ 2 ਦਿਨਾਂ 'ਚ ਆਪਣੇ ਘਰਾਂ 'ਚ ਪਹੁੰਚਣਗੇ, ਆਪਣੀ ਡੈਸਟੀਨੇਸ਼ਨ ਤੇ। ਤੇ ਆਪਣੇ ਕੋਲੇ ਕਿੰਨੇ ਪੈਸੇਂਜਰ, ਕਿੰਨੇ ਕੈਨੇਡੀਅਨਸ ਬੁਕਿੰਗ ਕਰ ਚੁੱਕੇ ਸੀਗੇ ਜੀ? ਦੇਖੋ ਜੀ, ਮੇਰੇ ਕੋਲ ਟੋਟਲ ਰਜਿਸਟਰ ਜਿਹੜੇ ਬੰਦੇ ਨਾਲ ਜੁੜੇ ਸੀ ਉਹ ਤਾਂ 8000 ਬੰਦਾ ਸੀਗਾ ਜਿਹੜਾ ਜੁੜਿਆ, ਜਿਹੜਾ ਵੱਧਦਾ ਜਾ ਰਿਹਾ ਸੀਗਾ ਜੀ। ਜਿਹੜੇ 2 ਜਹਾਜ਼ਾਂ ਦੇ ਵਿੱਚ, ਸਾਡੇ ਇੱਕ ਜਹਾਜ਼ ਦੀ ਜਿਹੜੀ ਕੈਪੈਸਿਟੀ ਸੀ 253 ਸੀ, ਤਾਂ 2 ਜਹਾਜ਼ਾਂ ਦੀ ਬੁਕਿੰਗ ਸਾਡੇ ਕੋਲ ਕੰਪਲੀਟ ਹੋ ਗਈ ਸੀਗੀ ਜੀ। ਆਲਮੋਸਟ ਤੁਸੀਂ ਕਹਿ ਸਕਦੇ ਹੋ 80% ਦੇ ਕਰੀਬ ਬੁਕਿੰਗ ਹੋ ਚੁੱਕੀ ਸੀ ਸਾਡੇ ਕੋਲ। ਪਰ ਅਸੀਂ ਉਹ ਫਿਰ ਇਮੀਡੀਏਟਲੀ ਜਦ ਪਤਾ ਚੱਲਿਆ ਕੈਂਸਲ ਹੋ ਗਈ, ਅਸੀਂ ਸਾਰਿਆਂ ਨੂੰ ਬੁਲਾ ਕੇ ਇੱਕ ਨੂੰ ਰਸੀਦਾਂ ਦੇ ਰਿਫੰਡ ਦੇ ਕੇ ਬੈਂਕ ਚੋਂ ਕਰਕੇ ਕਲੋਜ਼ ਡਾਊਨ ਕਰਤੀ ਜੀ, ਵਿਦਆਊਟ ਡਿਡਕਟਿੰਗ ਅ ਸਿੰਗਲ ਪੈਨੀ ਉੱਥੇ ਕੈਨੇਡਾ ਦੇ ਵਿੱਚ। ਇਹ ਇੱਕ ਹੋਰ ਐਡ ਕਰੂੰਗਾ, ਇੰਡੀਆ 'ਚ ਕਿਸੇ ਨੇ ਕੋਈ ਪੇਮੈਂਟ ਨਹੀਂ ਦਿੱਤੀ, ਨਾ ਕੋਈ ਆਪਣਾ ਡਾਕੂਮੈਂਟ ਸਾਂਝਾ ਕੀਤਾ, ਸਾਰਾ ਕੁਝ ਕੈਨੇਡਾ ਜਿਹੜੀ ਉਹ ਈਮੇਲ ਆਈਡੀ ਉੱਥੋਂ ਚੱਲਦੀ ਸੀ, ਫੇਸਬੁੱਕ ਉੱਥੋਂ ਚੱਲਦੀ ਹੈ, ਉੱਥੋਂ ਹੀ ਸਾਂਝਾ ਕੀਤਾ ਗਿਆ, ਉੱਥੇ ਹੀ ਕੀਤਾ ਗਿਆ। ਮੈਂ ਸਿਰਫ ਇੱਥੇ ਲੋਕਲ ਕੋਆਰਡੀਨੇਸ਼ਨ ਕਰ ਰਿਹਾ ਸੀਗਾ ਜੀ। ਤੇ ਫਿਰ ਜਿਹੜਾ ਟਿਕਟ ਵਗੈਰਾ ਤੁਸੀਂ ਕਿੱਦਾਂ ਉਹਨਾਂ ਨੂੰ ਪ੍ਰੋਵਾਈਡ ਕੀਤੀਆਂ ਜੀ? ਕਿਉਂਕਿ ਨਾਰਮਲ ਤਾਂ ਸਾਰੇ ਜਿਵੇਂ ਟਰੈਵਲ ਏਜੰਟ ਲਾ ਲਈਏ, ਦੂਜਾ ਉਹ ਤੁਸੀਂ ਕਿਹਨਾਂ ਨਾਲ ਰਾਬਤਾ ਕੀਤਾ ਮਤਲਬ?
ਉੱਥੇ ਇੱਕ ਗੁਰਦੁਆਰਾ ਸਾਹਿਬ ਸੀਗੇ, ਉੱਥੇ ਉਹਨਾਂ ਦੇ ਨਾਲ ਕੀਤਾ ਕਿਉਂਕਿ ਲੋਕਾਂ ਨੂੰ ਸੌਖਾ ਸੀ ਆਣਾ ਗੱਲ ਕਰਨੀ। ਉੱਥੇ ਉਹ ਗੁਰਦੁਆਰਾ ਸਾਹਿਬ ਨੇ ਇੱਕ ਅੱਗ ਤੋਂ ਖਾਤਾ ਖੋਲਤਾ ਸੀਗਾ ਸਾਡਾ, ਉਹਦੇ ਅੰਦਰ ਹੀ ਸਾਰਾ ਕੁਝ ਇਹ ਜਿਹੜੀ ਚੀਜ਼ ਸੀ ਹੋਣੀ ਸੀ, ਬਟ ਅਲਟੀਮੇਟਲੀ ਇਹ ਸਿਰੇ ਚੜਿਆ ਨਹੀਂ ਕੰਮ, ਤੇ ਉਸ ਤੋਂ ਬਾਅਦ ਉਹ ਸਾਰਾ ਚੀਜ਼ ਬੰਦ ਹੋ ਗਈ ਜੀ। ਤੇ ਹੁਣ ਜਿਨ੍ਹਾਂ ਨੇ ਤੁਹਾਡੇ ਤੋਂ ਉਮੀਦ ਲਾ ਕੇ ਸਿੱਧੂ ਸਾਹਿਬ ਵੀ ਇੰਨੀਆਂ ਉਮੀਦਾਂ ਜਗੀਆਂ ਸੀ ਵੀ ਚਲੋ ਅਸੀਂ ਆਪਣੇ ਘਰ ਥੋੜੇ ਘੱਟ ਪੈਸੇ ਦੇ ਕੇ ਵੀ ਪਹੁੰਚ ਜਾਾਂਗੇ, ਚਲੋ 2 ਦਿਨ ਲੇਟ ਪਹੁੰਚ ਜਾਈਏ, ਛੋਟੇ 'ਚ ਪਹੁੰਚ ਜਾਈਏ, ਜਿੱਦਾਂ ਵੀ ਮਤਲਬ ਐਕਸਪੈਕਟ ਕਰਦਾ ਬੰਦਾ ਉਦਾਂ ਦੀ ਉਹ ਸੋਚ ਕਰਦਾ। ਪਰ ਅੱਜ ਦੇ ਟਾਈਮ ਦੇ ਵਿੱਚ ਜਦੋਂ ਇਹ ਸਭ ਕੁਝ ਕੈਂਸਲ ਹੋ ਚੁੱਕਿਆ ਜੀ, ਤੇ ਕਿੱਦਾਂ ਦੀ ਉਹਨਾਂ ਦੀ ਸੋਚ, ਕਿਸੇ ਨੇ ਤੁਹਾਨੂੰ ਕੋਈ ਵਿਊ ਆਏ ਹੋਣ, ਕੁਝ ਕਿਸੇ ਨੇ ਫੋਨ ਕਰਕੇ ਕਿਹਾ ਹੋਵੇ, ਕਿੱਦਾਂ ਦੀ ਸੋਚ ਹੁਣ ਹੋ ਚੁੱਕੀ ਹੈ ਜੀ ਉਹਨਾਂ ਦੀ? ਤੁਸੀਂ ਜੀ ਮੇਰੇ ਟਵਿੱਟਰ ਅਕਾਊਂਟ ਤੇ ਜਾ ਕੇ ਦੇਖ ਲਓ ਲੋਕਾਂ ਦੀ ਕਿਹੋ ਜਿਹੀ ਸੋਚ ਹੈ, ਕਿੰਨੇ ਉਹਨਾਂ ਨੇ ਥੈਂਕਸ ਕਰ ਰਹੇ ਹੈ, ਔਰ ਫੇਸਬੁੱਕ ਤੇ ਜਾ ਕੇ ਦੇਖ ਲਓ ਕਿਵੇਂ ਹੈ। ਬਾਕੀ ਮੇਰੇ ਕੋਲ WhatsApp ਤੇ ਇੰਨੇ ਮੈਸੇजेस ਆ ਰਹੇ ਹੈ, ਉਹ ਅਗਰ ਤੁਸੀਂ ਪੜ੍ਹ ਲਓ ਫੇਸਬੁੱਕ ਤੇ ਜਾ ਕੇ ਤੁਹਾਨੂੰ ਆਈਡੀਆ ਹੋ ਜਾਏਗਾ ਉਹ ਉਹਨਾਂ ਦੇ ਪੜ੍ਹੇ ਲਿਖੇ MP ਸਾਹਿਬਾਨਾਂ ਬਾਰੇ ਕੀ ਕਹਿ ਰਹੇ ਹੈ ਤੇ ਸਾਡੇ ਵੋਲੰਟੀਅਰਸ ਬਾਰੇ ਕੀ ਕਹਿ ਰਹੇ ਆ, ਉਹ ਤੋਂ ਹੀ ਤੁਹਾਨੂੰ ਕਲੈਰਿਟੀ ਮਿਲ ਜਾਏਗੀ ਜੀ ਟੋਟਲ। ਤੇ ਜਿਵੇਂ ਹੁਣ ਇਹ ਉਪਰਾਲਾ ਜੀ ਦੁਬਾਰਾ ਜਾਰੀ ਰਹੇਗਾ ਕਿ ਕਿੱਥੇ ਸਟੈਂਡ ਕਰ ਰਿਹਾ ਜੀ ਇਸ ਟਾਈਮ ਆਪਾਂ ਜੀ? ਅਸੀਂ ਤਾਂ ਇਹਨਾਂ ਦੀ ਗਵਰਨਮੈਂਟ ਨੂੰ ਹਾਈ ਕਮਿਸ਼ਨ ਨੂੰ ਲਿਖਤਾ ਜੀ, ਸਾਡੇ ਕੋਲ ਤਾਂ ਪਰਮਿਟ ਪਏ ਸੀਗੇ, ਉਹਨਾਂ ਨੇ ਤੁਸੀਂ ਕੈਂਸਲ ਕਰਤੇ। ਅਗਰ ਤੁਸੀਂ ਉਹਨਾਂ ਨੂੰ ਦੁਬਾਰਾ ਰੀਨਿਊ ਕਰਨਾ ਚਾਹੁੰਦੇ ਹੋ, ਅਸੀਂ ਚਾਰਟਰ ਕੰਪਨੀ ਨੂੰ ਕਹਿੰਦੇ ਹਾਂ ਤੁਹਾਡਾ ਡਾਇਰੈਕਟ ਕੰਮ ਕਰ ਲੈਣ, ਕਿਉਂਕਿ ਜਿਹੜੇ ਲੋਕਾਂ ਨੇ ਉੱਥੇ MP ਸਾਹਿਬਾਂ ਨੇ ਪੜ੍ਹੇ ਲਿਖਿਆ ਨੇ ਕਲਗੀਆਂ ਲਾਣੀਆਂ, ਆਪਣੇ ਕਲਗੀਆਂ ਲਾ ਸਕਦੇ ਆ, ਕਹਿ ਸਕਦੇ ਆ ਕਿ ਜਹਾਜ਼ ਉਹਨਾਂ ਦੇ ਕਹਿਣ ਤੇ ਹੀ ਚੱਲੇ ਆ, ਉਹਨਾਂ ਦੇ ਕਹਿਣ ਤੇ ਹੀ ਉਤਰੇ ਆ। ਸਾਨੂੰ ਇਹਦੇ 'ਚ ਕੋਈ ਕ੍ਰੈਡਿਟ ਲੈਣ ਦੀ ਲੋੜ ਨਹੀਂ ਹੈ, ਨਾ ਸਾਡੀ ਪਹਿਲਾਂ ਇੱਥੇ ਸੀ, ਬਿਕੋਜ਼ ਦਿਸ ਵਾਸ ਟੋਟਲੀ ਅ ਵੋਲੰਟਰੀ ਵਰਕ। ਵੋਲੰਟਰੀ ਵਰਕ ਦੇ ਵਿੱਚ ਕਿਸੇ ਦਾ ਕੋਈ ਮੰਤਵ ਨਹੀਂ ਹੁੰਦਾ ਫਾਈਨੈਂਸ਼ੀਅਲ ਜਾਂ ਆਪਣਾ ਨਾਮ ਕਰਨ ਵਾਸਤੇ, ਉਹ ਸਾਡਾ ਸੀਗਾ ਨਹੀਂ, ਕਿਉਂਕਿ ਬੇਸਿਕ ਹੀ ਆਈ ਸੀਗਾ। ਮੇਰੇ ਕੋਲ ਕੈਨੇਡੀਅਨ ਸਿਟੀਜ਼ਨ ਕੰਮ ਕਰਦਾ ਸੀ, ਉਹਦੇ ਚੱਕਰ 'ਚ ਸਾਰੇ ਚੀਜ਼ਾਂ ਸ਼ੁਰੂ ਹੋਈਆਂ। ਬਟ ਕੀ ਕਹਿ ਸਕਦੇ ਹਾਂ ਕਿ ਰੱਬ ਦੀ ਮਰਜ਼ੀ ਸੀ, ਨਹੀਂ ਚੱਲਿਆ ਜੀ। ਹੁਣ ਉੱਥੇ ਦੇ MP ਸਾਹਿਬਾਨ ਉਹੀ ਚਲਾਉਣਗੇ ਜੀ, ਇਹ ਗੱਲਾਂ ਕਰਨਗੇ, ਹੁਣ ਉਹਨਾਂ ਦੇ ਉੱਤੇ। ਤੇ ਜਿਵੇਂ ਤੁਸੀਂ ਦੱਸਿਆ ਵੀ MP ਸਾਹਿਬਾਨ, ਜਿਵੇਂ ਮੰਨ ਲਓ ਅਸੀਂ ਕੱਲ ਨੂੰ ਕਿਸੇ MPs ਵਗੈਰਾ ਨੂੰ ਸਵਾਲ ਕਰਾਂਗੇ ਤਾਂ ਤੁਸੀਂ ਕੀ ਜਿਹੜੀ ਉਹਨਾਂ ਦੀ ਕੋਈ ਈਮੇਲ ਵਗੈਰਾ ਕੀਤੀ ਹੋ ਜਾਂ ਜੋ ਵੀ ਉਹਨਾਂ ਨੇ ਭੇਜਿਆ ਹੋਣਗੇ ਡਾਕੂਮੈਂਟ ਪ੍ਰਾਈਮ ਮਿਨਿਸਟਰ ਆਫਿਸ, ਕਿਤੇ ਉਹਨੂੰ ਜਨਤਕ ਕਰੋਗੇ ਜੀ, ਕਿਤੇ ਉਹਦਾ ਖੁਲਾਸਾ ਕਰੋਗੇ? ਬਿਲਕੁਲ ਜੀ, ਅਸੀਂ ਕੱਲ ਸਾਰੇ ਜਿਹੜਾ ਸਾਡਾ ਫੇਸਬੁੱਕ ਪੇਜ ਹੈ, ਜਿੰਨੀਆਂ ਈਮੇਲਸ ਉਹਨਾਂ ਨਾਲ ਸ਼ੇਅਰ ਕੀਤੀਆਂ, ਫਲਾਈਟ ਸ਼ੈਡਿਊਲਸ ਹੈ, ਸਾਨੂੰ ਕੀ ਉੱਥੇ ਉਹਨਾਂ ਦੇ ਪ੍ਰਾਈਮ ਮਿਨਿਸਟਰ ਆਫਿਸ ਚੋਂ ਵੀ ਈਮੇਲ ID ਤੇ ਉੱਥੇ ਦੀ ਜਿਹੜੀ ਮੇਨ ਸਟਾਫ ਅਫਸਰ ਹੈ KT ਟੈਲਫੋਰਡ ਉਹਦਾ ਨਾਮ ਹੈ, ਉਹ ਵੀ ਇਨਵੋਲਵਡ ਸੀ। ਇੱਥੇ ਹਾਈ ਕਮਿਸ਼ਨ ਸਭ ਦੀਆਂ ਈਮੇਲਸ ਹੈ ਸਾਡੇ ਕੋਲ, ਜਿਹੜੀਆਂ ਅਸੀਂ ਫੇਸਬੁੱਕ ਤੇ ਪਾ ਦੇਣੀਆਂ, ਕੁਝ ਤਾਂ ਆਲਰੇਡੀ ਪਾਈਆਂ ਲੋਕਾਂ ਕੋਲ ਸੋਸ਼ਲ ਮੀਡੀਆ 'ਚ ਹੈਗੀਆਂ, ਕਈ ਚੀਜ਼ਾਂ ਚੱਲ ਰਹੀਆਂ, ਤਾਂ ਅਸੀਂ ਉਹ ਬਕਾਇਦਾ ਟਾਈਮ ਲਾਈਨ ਨਾਲ ਕਿ ਕਿਸ ਦਿਨ ਕੀ ਗੱਲ ਹੋਈ, ਕਿਸ ਦਿਨ ਕੀ ਹੋਈ, ਕਿਹੜੀ ਈਮੇਲ ਗਈ, ਕੀ ਪਰਮਿਸ਼ਨਸ ਮਿਲੀਆਂ, ਅਸੀਂ ਸਾਰੀਆਂ ਫੇਸਬੁੱਕ ਦੇ ਉੱਤੇ ਪਾ ਦੇਣੀਆਂ ਜੀ ਲੋਕਾਂ ਵਾਸਤੇ, ਤਾਂ ਕਿ ਲੋਕੀ ਆਪ ਉਹਨਾਂ ਨੂੰ ਪੜ੍ਹ ਕੇ ਆਪ ਡਿਸਾਈਡ ਕਰਨ ਜੀ ਅਸੀਂ ਕਿੱਥੇ ਸਟੈਂਡ ਕਰਦੇ ਸੀਗੇ। ਤੇ ਤੁਸੀਂ ਜਿਹੜੇ MPs ਜਿਹੜੇ ਰੋੜਾ ਬਣੇ ਨੇ ਰਾਹਾਂ ਦੇ ਵਿੱਚ, ਤੁਹਾਡੇ ਕਹਿਣ ਮੁਤਾਬਕ ਜੀ, ਉਹਨਾਂ ਦਾ ਵੀ ਆਪਾਂ ਕਰਾਂਗੇ ਜੀ, ਕੁਝ ਨਾ ਕੁਝ ਉਜਾਗਰ ਕਰਾਂਗੇ, ਕਿਉਂਕਿ ਜਿਹੜੀ ਉਹਨਾਂ ਨੇ ਕੋਈ ਈਮੇਲ ਜਾਂ ਕੋਈ ਲੈਟਰ ਵਗੈਰਾ ਪਾਈ ਕਿ ਉਹਨਾਂ ਦੇ ਨਾਮ ਵੀ ਜਨਤਕ ਕਰਾਂਗੇ ਜੀ ਆਪਾਂ? ਦੇਖੋ ਜੀ, ਈਮੇਲ ਤੁਹਾਨੂੰ ਮੈਂ ਪਹਿਲਾਂ ਦੱਸਿਆ ਉਹ ਡਿਪਲੋਮੈਟਿਕ ਚੈਨਲ ਦੇ ਥਰੂ ਹੁੰਦੀ ਆ, ਉਹਦਾ ਐਕਸੈਸ ਸਾਨੂੰ ਨਹੀਂ ਹੁੰਦਾ ਜੀ। ਪਰ ਇਹਨਾਂ ਦੇ ਨਾਮ ਲੋਕਾਂ ਨੇ ਆਪ ਹੀ ਲਿਖੇ ਹੋਏ ਸਾਡੇ ਸੋਸ਼ਲ ਮੀਡੀਆ ਤੇ, ਮੈਨੂੰ ਕਹਿਣ ਦੀ ਲੋੜ ਨਹੀਂ ਹੈ ਜੀ, ਤੁਸੀਂ ਉਹ ਚੈੱਕ ਕਰ ਸਕਦੇ ਹੋ ਉੱਥੇ, ਬਿਕੋਜ਼ ਉਹ ਇੰਟੈਲੀਜੈਂਟ ਹੈ, ਸਾਡੇ ਤੋਂ ਜ਼ਿਆਦਾ ਪੜ੍ਹੇ ਲਿਖੇ ਲੋਕ ਹੈ, ਤਾਂ ਉਹਦਾ ਜਵਾਬ ਤਾਂ ਖੁਦ ਦੇਣਗੇ। ਤੁਸੀਂ ਵੀ ਉਹਨਾਂ ਨਾਲ ਗੱਲ ਕਰ ਸਕਦੇ ਹੋ, ਸਾਡੇ ਸੋਸ਼ਲ ਮੀਡੀਆ ਤੇ, ਸਾਡੇ ਫੇਸਬੁੱਕ ਅਕਾਊਂਟ ਤੇ ਸਾਰੀ ਇਨਫੋਰਮੇਸ਼ਨ ਅਸੀਂ ਹੌਲੀ ਹੌਲੀ ਕਰਕੇ ਪਾ ਰਹੇ ਹਾਂ ਵਿਦ ਟਾਈਮਲਾਈਨ, ਕਿਸ ਦਿਨ ਕੀ ਹੋਇਆ, ਉਹ ਤੋਂ ਤੁਸੀਂ ਉਹ ਚੀਜ਼ਾਂ ਦੇਖ ਸਕਦੇ ਹੋ ਜੀ। ਅਖੀਰ ਦੇ ਵਿੱਚ ਜੀ ਫਿਰ ਮੈਂ ਤੁਹਾਨੂੰ ਉਹੀ ਸਵਾਲ ਕਰੂੰਗਾ ਦੁਬਾਰਾ ਵੀ ਕੀ ਲੋਕਾਂ ਨੂੰ ਇਸ ਉਮੀਦ ਤੇ ਹਲੇ ਵੀ ਕਾਇਮ ਰਹਿਣਾ ਚਾਹੀਦਾ ਵੀ ਇਹ ਅੱਗੇ ਕੁਝ ਵਧੇਗਾ, ਕਿ ਮਤਲਬ ਲੋਕਾਂ ਨੂੰ ਉਮੀਦ ਛੱਡ ਦੇਣੀ ਚਾਹੀਦੀ ਹੈ ਜੀ? ਇਹ ਦੇਖੋ, ਉਮੀਦ ਤੇ ਤਾਂ ਕਿਸੇ ਨੂੰ ਵੀ ਨਹੀਂ ਛੱਡਣੀ ਚਾਹੀਦੀ, ਕਿਉਂਕਿ ਹੁਣ ਫਲਾਈਟਾਂ ਇਹਨਾਂ ਨੇ, ਸਰਕਾਰ ਨੇ ਇਹਨਾਂ ਦੀਆਂ ਨੇ ਵੀ ਹੁਣ ਡਾਇਰੈਕਟ ਫਲਾਈਟਾਂ ਦੀ ਕਹਿਤੀ। ਜਿਹੜੇ ਪਹਿਲਾਂ ਹੀ ਕਹਿੰਦੇ ਸੀ ਡਾਇਰੈਕਟ ਫਲਾਈਟ ਅੰਮ੍ਰਿਤਸਰ ਤੋਂ ਹੋ ਹੀ ਨਹੀਂ ਸਕਦੀ, ਇਹਨਾਂ ਦੀ ਕੈਨੇਡੀਅਨ ਹਾਈ ਕਮਿਸ਼ਨ ਉੱਥੇ ਦੇ ਜਿਹੜੇ MP ਸਾਹਿਬਾਨ ਹੈ ਉਹ ਵੀ ਕਹਿੰਦੇ ਸੀ ਡਾਇਰੈਕਟ ਫਲਾਈਟ ਨਹੀਂ ਹੋ ਸਕਦੀ। ਹੁਣ ਉਹੀ ਡਾਇਰੈਕਟ ਫਲਾਈਟ ਕੈਨੇਡੀਅਨ ਹਾਈ ਕਮਿਸ਼ਨ ਵੀ ਅਗਲੇ ਕੁਝ ਹਫ਼ਤਿਆਂ ਚਲਾਉਣ ਦੀ ਕੋਸ਼ਿਸ਼ ਹੈ, ਜਿਹੜੀ ਉਹਨਾਂ ਨੇ ਆਲਰੇਡੀ ਪਾਣੀਆਂ ਸ਼ੁਰੂ ਕਰਤੀਆਂ ਆਪਣੇ ਵੈਬਸਾਈਟ ਤੇ, ਫੇਸਬੁੱਕ ਤੇ, ਕਿ ਅਸੀਂ ਡਾਇਰੈਕਟ ਫਲਾਈਟ ਚਲਾਵਾਂਗੇ। ਤਾਂ ਅਸੀਂ ਤਾਂ ਇਹ ਸੋਚਦੇ ਹਾਂ ਕਿ ਅਸੀਂ ਜ਼ੋਰ ਲਾਇਆ ਸੀਗਾ, ਕੋਈ ਇਹੋ ਜਿਹੀ ਗੱਲ ਨਹੀਂ। ਹੁਣ ਕਲਗੀਆਂ ਉਹ ਆਪਣੇ ਸਿਰਾਂ ਤੇ ਲਾ ਲੈਣ MP ਸਾਹਿਬ ਕੀ ਵੀ ਇੱਥੋਂ ਪਰਮਿਸ਼ਨਾਂ ਮਿਲ ਗਈਆਂ ਜਿਹੜੀਆਂ ਪਹਿਲਾਂ ਮਿਲਦੀਆਂ ਨਹੀਂ ਸੀ। ਤਾਂ ਉਮੀਦ ਲੋਕਾਂ ਨੂੰ ਨਹੀਂ ਛੱਡਣੀ ਚਾਹੀਦੀ, ਬਿਲਕੁਲ ਨਹੀਂ ਜੀ। ਫਲਾਈਟਾਂ ਜਾਣਗੀਆਂ, ਉਹਨਾਂ ਦੀ ਸਰਕਾਰ ਵੀ ਹੁਣ ਥੋੜੀ ਉੱਠੀ ਹੈ, ਸੁੱਤੀ ਪਈ ਤੇ ਉਹ ਲੱਗੀ ਹੈ ਕੁਝ ਕਰਨ। ਮੈਨੂੰ ਲੱਗਦਾ ਨਹੀਂ ਉਮੀਦ ਛੱਡਣੀ ਚਾਹੀਦੀ ਹੈ ਕਿਸੇ ਨੂੰ। ਸਿੱਧੂ ਸਾਹਿਬ, ਡੇਲੀ ਪੋਸਟ ਨਾਲ ਗੱਲਬਾਤ ਕਰਨ ਲਈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।
ਉਮੀਦ ਹੈ ਜੀ ਤੁਸੀਂ ਇਸੇ ਤਰ੍ਹਾਂ ਹੀ ਅੱਗੇ ਅਗਾਊਂ ਵਧੂ ਸੋਚ ਦੇ ਨਾਲ ਅੱਗੇ ਲੱਗ ਕੇ ਇਹਦਾ ਹੱਲ ਕਰੋਗੇ, ਕਿਉਂਕਿ ਇਸ ਮਹਾਮਾਰੀ ਦੇ ਦੌਰਾਨ ਜਿਹੜੇ ਲੋਕਾਂ ਨੂੰ ਭੀੜਾਂ ਪੈ ਰਹੀਆਂ ਜਾਂ ਤਕਲੀਫਾਂ ਆ ਰਹੀਆਂ ਜਾਂ ਮੁਸ਼ਕਲਾਂ ਆ ਰਹੀਆਂ, ਉਹਨਾਂ ਦਾ ਵੀ ਜਲਦੀ ਤੋਂ ਜਲਦੀ ਹੱਲ ਕੀਤਾ ਜਾਊਗਾ। ਨਹੀਂ, ਬਿਲਕੁਲ ਕਰਾਂਗੇ ਜੀ, ਬਿਲਕੁਲ ਕਰਾਂਗੇ। ਠੀਕ ਹੈ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਜੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ੇ ਤੇ ਜਾਣਾ ਚਾਹੁੰਦੇ ਹੋ ਪਰ ਆਇਲਸ ਵਿੱਚ ਓਵਰਆਲ ਤਾਂ 6 ਆ ਗਏ, ਇੱਕ ਵਿੱਚ 5.5 ਬੈਂਡ ਕਰਕੇ ਡਰਦੇ ਹੋ, ਜਾਂ ਕੈਨੇਡਾ ਦਾ ਸਟੂਡੈਂਟ ਵੀਜ਼ਾ ਰਿਫਿਊਜ਼ ਕਰਵਾ ਬੈਠੇ ਹੋ, ਜਾਂ ਸਟੱਡੀ ਗੈਪ ਜ਼ਿਆਦਾ ਹੋਣ ਕਰਕੇ ਸੋਚਦੇ ਹੋ ਕਿ ਕਿਤੇ ਰਿਫਿਊਜ਼ਲ ਨਾ ਆ ਜਾਵੇ, ਤੇ ਅੱਜ ਹੀ ਪਿਰਾਮਿਡ ਈ ਸਰਵਿਸਿਜ਼ ਨੂੰ ਮਿਲੋ ਔਰ ਕੈਨੇਡਾ ਜਾਣ ਦੇ ਆਪਣੇ ਸੁਪਨੇ ਨੂੰ ਸਾਕਾਰ ਕਰੋ।